Good morning, students. In this lecture, we discuss 3-year action agenda of Niti Aayog. Indian economy ਦੀ faster, inclusive ਤੇ sustainable development ਦੇ ਲਈ ਨੀਤੀ ਆਯੋਗ ਨੇ ਇੱਕ ਪ੍ਰਪੋਜ਼ ਕੀਤਾ 15-year vision, 7-year strategy and 3-year action agenda ਤਾਂ ਜੋ ਇੰਡੀਆ ਦੀ ਜਿਹੜੀ ਇੰਡੀਅਨ ਇਕੋਨਮੀ ਦੀ ਜਿਹੜੀ ਡਿਵੈਲਪਮੈਂਟ ਆ ਉਹ ਫਾਸਟਰ ਤੇ ਇਨਕਲੂਸਿਵ ਹੋ ਸਕੇ। Government has adopted the following roadmap for the future fiscal deficit 2017 and 18. 5-year plan ਨੂੰ ਡਿਸਕੰਟੀਨਿਊਸ ਕਰ ਦਿੱਤਾ ਗਿਆ ਆਫਟਰ 12th 5-year plan ਜਿਹੜਾ ਪੀਰੀਅਡ ਸੀ ਉਸ ਤੋਂ ਬਾਅਦ 5-year plans ਨੂੰ ਬਣਾਉਣਾ ਬੰਦ ਕਰ ਦਿੱਤਾ ਗਿਆ। ਇੱਕ 15 years ਦੇ ਲੌਂਗਰ ਵਿਜ਼ਨ ਨੂੰ ਫਾਰਮੂਲੇਟ ਕੀਤਾ ਗਿਆ। ਉਸ ਲੌਂਗਰ ਵਿਜ਼ਨ ਨੂੰ ਇੰਪਲੀਮੈਂਟੇਬਲ ਪਾਲਿਸੀ ਵਿੱਚ ਕਨਵਰਟ ਕਰਨ ਦੇ ਲਈ ਇਸ 7-year strategy ਨੂੰ ਫਾਰਮੂਲੇਟ ਕੀਤਾ ਗਿਆ। ਐਂਡ ਟੂ ਇੰਪਲੀਮੈਂਟ ਦਾ ਡਿਵੈਲਪਮੈਂਟ ਸਟ੍ਰੈਟਜੀ 3-year ਐਕਸ਼ਨ ਏਜੰਡਾ ਵਿਲ ਬੀ ਫਾਰਮੂਲੇਟ ਕਿ ਡਿਵੈਲਪਮੈਂਟ ਸਟ੍ਰੈਟਜੀ ਨੂੰ ਇੰਪਲੀਮੈਂਟ ਕਰਨ ਦੇ ਲਈ ਫਿਰ 3-year ਐਕਸ਼ਨ ਏਜੰਡਾ ਨੂੰ ਫਾਰਮੂਲੇਟ ਕੀਤਾ ਗਿਆ। A brief outline of the areas covered in this 3 action agenda. In this 3-year action agenda is discussed below. First point is medium term revenue and expenditure framework. 3-year action agenda ਦੇ ਵਿੱਚ ਇਹ ਟਾਰਗੇਟ ਕੀਤਾ ਗਿਆ ਕਿ ਫਿਸਕਲ ਡੈਫੀਸਿਟ ਨੂੰ ਰਿਡਿਊਸ ਕਰਕੇ 3% ਕਰਨਾ ਆਫ GDP ਬਾਈ ਦਾ ਈਅਰ 2018 ਐਂਡ 19 ਤੱਕ ਐਂਡ ਇਸ 3% ਨੂੰ ਮੇਨਟੇਨ ਰੱਖਣਾ 2019 ਐਂਡ 20 ਤੱਕ। ਇਸ ਤੋਂ ਇਲਾਵਾ ਰੈਵਨਿਊ ਡੈਫੀਸਿਟ ਟਾਰਗੇਟ ਕੀਤਾ ਗਿਆ ਉਸਨੂੰ ਰਿਡਿਊਸ ਕਰਕੇ 0.9% ਕਰਨਾ ਆਫ GDP ਬਾਈ ਦਾ ਈਅਰ 2019 ਐਂਡ 20। ਐਂਡ ਜੋ ਸੈਕਿੰਡ ਟਾਰਗੇਟ ਸੀ ਕਿ ਰੈਵਨਿਊ ਐਕਸਪੈਂਡੀਚਰ ਦਾ ਜਿਹੜਾ ਟਾਰਗੇਟ ਸੀ ਉਸ ਨੂੰ ਰਿਡਿਊਸ ਕਰਨ ਦਾ ਸੀ ਜੋ ਕਿ 87% ਸੀ ਟੋਟਲ ਐਕਸਪੈਂਡੀਚਰ ਇਨ 2015 ਅਤੇ 16 ਦੇ ਵਿੱਚ ਉਸ ਨੂੰ ਰਿਡਿਊਸ ਕਰਕੇ ਕਿੰਨਾ ਟਾਰਗੇਟ ਰੱਖਿਆ ਗਿਆ 80% ਇਨ 2019 ਐਂਡ 20। ਐਂਡ ਕੈਪੀਟਲ ਐਕਸਪੈਂਡੀਚਰ ਦਾ ਟਾਰਗੇਟ ਰੱਖਿਆ ਗਿਆ ਕਿ ਉਸ ਨੂੰ ਰੇਜ਼ ਕਰਕੇ ਇਨਕਰੀਜ਼ ਕਰਕੇ 30% ਟੂ 20% ਕਰਨਾ ਇਨ 2019 ਐਂਡ 20 ਤੱਕ। ਹੁਣ 3-year ਐਕਸ਼ਨ ਏਜੰਡਾ ਦੇ ਵਿੱਚ ਜਿਹੜਾ ਗਵਰਨਮੈਂਟ ਐਕਸਪੈਂਡੀਚਰ ਸੀ ਉਸ ਨੂੰ ਕਲਾਸੀਫਾਈ ਨਹੀਂ ਕੀਤੀ ਜਾਂਦਾ ਐਜ਼ ਪਲਾਨ ਐਕਸਪੈਂਡੀਚਰ ਐਂਡ ਨੋਨ ਪਲਾਨ ਐਕਸਪੈਂਡੀਚਰ ਦੇ ਵਿੱਚ ਉਸ ਸਭ ਨੂੰ ਖਤਮ ਕਰ ਦਿੱਤਾ ਗਿਆ। ਐਂਡ ਜਿਹੜਾ ਮੋਰ ਫੰਡ ਸੀ ਉਸਨੂੰ ਇਹ ਡਿਸਾਈਡ ਕੀਤਾ ਕਿ ਉਸਨੂੰ ਐਲੋਕੇਟ ਉਸਨੂੰ ਵੰਡਣਾ ਹੈਲਥ ਐਜੂਕੇਸ਼ਨ ਰੇਲਵੇ ਰੋਡ ਡਿਫੈਂਸ ਐਗਰੀਕਲਚਰ ਰੂਰਲ ਡਿਵੈਲਪਮੈਂਟ ਫੂਡ ਸਬਸਿਡੀ ਇਹਨਾਂ ਸਾਰਿਆਂ ਦੇ ਡਿਵੈਲਪਮੈਂਟ ਦੇ ਉੱਪਰ ਜ਼ਿਆਦਾ ਫੰਡਸ ਨੂੰ ਐਲੋਕੇਟ ਕਰਨੇ ਇਹਨਾਂ ਚੀਜ਼ਾਂ ਦੇ ਉੱਪਰ। And the amount of subsidies will be directly deposited in the bank account of beneficiaries. ਟੈਕਸ ਤੋਂ ਜਿਹੜੀ GDP ਰੇਸ਼ੋ ਹੁੰਦੀ ਹੈ ਉਸ ਨੂੰ ਇੰਪਰੂਵ ਕਰਨ ਦੇ ਲਈ ਐਫਰਟਸ ਕੀਤੇ ਗਏ ਐਂਡ ਸਕੋਪ ਆਫ ਟੈਕਸ ਨੂੰ ਇਨਹਾਂਸ ਕੀਤਾ ਗਿਆ ਐਂਡ ਇਸ ਦੇ ਲਈ ਜਿਹੜਾ GST ਟੈਕਸ ਸੀਗਾ ਉਸ ਨੂੰ ਪ੍ਰਪੋਜ਼ਡ ਕੀਤਾ ਗਿਆ ਇੰਪਲੀਮੈਂਟ ਕੀਤਾ ਗਿਆ 1 ਜੁਲਾਈ 2017 ਨੂੰ। ਨੈਕਸਟ ਇਜ਼ ਇਕਨੋਮਿਕ ਟਰਾਂਸਫੋਰਮੇਸ਼ਨ ਇਨ ਮੇਜਰ ਸੈਕਟਰ। Niti Aayog has classified economic activities in 2 parts. First is agriculture, second is trade, industry and services. First is agriculture. ਐਗਰੀਕਲਚਰ ਇੰਡੀਆ ਦੇ ਵਿੱਚ ਜਿਹੜੀ ਰੂਰਲ ਇਕੋਨਮੀ ਆ ਉਸ ਦੀ ਬੈਕਬੋਨ ਆ ਠੀਕ ਹੈ ਕਿਉਂਕਿ ਇੰਡੀਆ ਦੀ ਜਿਹੜੀ ਜ਼ਿਆਦਾਤਰ ਨੀਅਰਲੀ ਹਾਫ ਆਫ ਦੀ ਜਿਹੜੀ ਪਾਪੂਲੇਸ਼ਨ ਆ ਉਹ ਜਿਹੜੀ ਵਰਕ ਫੋਰਸ ਆ ਉਹ ਐਗਰੀਕਲਚਰ ਸੈਕਟਰ ਵਿੱਚ ਹੀ ਅੰਗੇਜਡ ਆ। ਐਗਰੀਕਲਚਰ ਦੇ ਉੱਪਰ ਡਿਪੈਂਡੈਂਟ ਪਾਪੂਲੇਸ਼ਨ ਦੇ ਸਟੈਂਡਰਡ ਆਫ ਲਿਵਿੰਗ ਨੂੰ ਇੰਪਰੂਵ ਕਰਨ ਦੇ ਲਈ 3-year ਏਜੰਡਾ ਦੇ ਵਿੱਚ ਇਹ ਟਾਰਗੇਟ ਫਿਕਸ ਕੀਤਾ ਗਿਆ ਕਿ ਫਾਰਮਰਸ ਦੀ ਜਿਹੜੀ ਇਨਕਮ 2015 ਐਂਡ 16 ਵਿੱਚ ਜਿੰਨੀ ਸੀ ਉਸ ਤੋਂ ਉਸਨੂੰ ਡਬਲ ਕਰਨਾ ਇਨ ਫਾਰਮਰਸ ਦੀ ਇਨਕਮ ਨੂੰ 2020 ਐਂਡ 13 ਤੱਕ। ਐਂਡ ਫੋਲੋਇੰਗ ਮੇਜਰਸ ਆਰ ਪ੍ਰਪੋਜ਼ਡ ਟੂ ਡਿਵੈਲਪ ਐਗਰੀਕਲਚਰ ਸੈਕਟਰ। ਫਾਰਮ ਪ੍ਰੋਡਕਟੀਵਿਟੀ ਨੂੰ ਇੰਪਰੂਵ ਕਰਨ ਦੇ ਲਈ ਇਹ ਗੁੱਡ ਕੁਆਲਿਟੀ ਸੀਡਸ ਫਰਟੀਲਾਈਜ਼ਰ ਇਰੀਗੇਸ਼ਨ ਫੈਸਿਲਿਟੀ ਐਂਡ ਅਦਰ ਟੈਕਨੀਕਸ ਦੇ ਉੱਪਰ ਜ਼ੋਰ ਦਿੱਤਾ ਗਿਆ। ਇਰੀਗੇਸ਼ਨ ਨੂੰ ਇੰਪਰੂਵ ਕਰਨ ਦੇ ਲਈ ਗਵਰਨਮੈਂਟ ਨੇ ਇੱਕ ਸਕੀਮ ਲਾਂਚ ਕੀਤੀ ਸੀ ਜਿਸ ਦਾ ਨਾਮ ਸੀ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ। ਇਨ ਦਿਸ ਸਕੀਮ ਗਵਰਨਮੈਂਟ ਨੇ ਜਿਹੜੇ ਸਕੀਮ ਦੇ ਅੰਡਰ ਜਿਹੜਾ ਸਲੋਗਨ ਯੂਜ਼ ਕੀਤਾ ਸੀ ਉਹ ਸੀ ਹਰ ਖੇਤ ਕੋ ਪਾਣੀ। ਇਸ ਤੋਂ ਇਲਾਵਾ ਐਗਰੀਕਲਚਰ ਮਾਰਕੀਟਿੰਗ ਪੋਲਿਸੀਜ਼ ਦੇ ਵਿੱਚ ਰੀਫਾਰਮਸ ਕੀਤਾ ਗਿਆ ਐਕਸਟੈਂਡਿੰਗ ਦੀ ਕਵਰੇਜ ਆਫ ਮਿਨੀਮਮ ਸਪੋਰਟ ਪ੍ਰਾਈਸ ਦੈਟ ਇਜ਼ MSP ਐਂਡ ਇਸ ਤੋਂ ਇਲਾਵਾ ਜਿਹੜੀ ਇਲੈਕਟ੍ਰੋਨਿਕ ਨੈਸ਼ਨਲ ਐਗਰੀਕਲਚਰ ਮਾਰਕੀਟ ਸੀ ਉਸਨੂੰ ਵੀ ਪ੍ਰਮੋਟ ਕੀਤਾ ਗਿਆ।
एग्रीकल्चर रिसर्च ਨੂੰ ਪ੍ਰਮੋਟ ਕੀਤਾ ਗਿਆ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਪ੍ਰਮੋਟ ਕੀਤਾ ਗਿਆ, ਜੋ ਕਿ ਫਾਰਮਰਸ ਨੂੰ ਜਿਹੜੀ ਵੈਦਰ ਰਿਸਕ ਜਾਂ ਮਾਰਕੀਟ ਰਿਸਕ ਦੇ ਕਾਰਨ ਜਿਹੜੀ ਵੀ ਲੋਸ ਹੁੰਦਾ ਸੀ, ਉਸ ਦੇ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਪ੍ਰਮੋਟ ਕੀਤਾ ਗਿਆ। ਨੋਨ ਫਾਰਮਰ ਐਕਟੀਵਿਟੀਜ਼ ਲਾਈਕ ਪੋਲਟਰੀ ਹੋ ਗਿਆ, ਪਿਗਰੀ, ਡੈਰੀ ਫਾਰਮਿੰਗ, ਫਿਸ਼ਰੀਜ਼, ਫੋਰੈਸਟਰੀ ਐਕਸੈਕਟਰਾ, ਇਹਨਾਂ ਸਾਰਿਆਂ ਨੂੰ ਵੀ ਪ੍ਰਮੋਟ ਕੀਤਾ ਗਿਆ, ਕਿਉਂਕਿ ਇਹ ਕੀ ਹੈ, ਸਪਲੀਮੈਂਟ ਆਫ ਇਨਕਮ ਹੁੰਦੀ ਆ ਫਾਰਮਰਸ ਦੀ। ਟੈਨੈਂਸੀ ਲਾਅ ਦੇ ਵਿੱਚ ਰਿਫੋਰਮ ਕੀਤਾ ਗਿਆ ਐਂਡ 100% ਆਫ ਕੰਪਿਊਟਰਾਈਜੇਸ਼ਨ ਆਫ ਲੈਂਡ ਰਿਕਾਰਡਸ ਵਿਲ ਬੀ ਗਿਵਨ ਪ੍ਰਾਇਓਰਿਟੀ। ਸੈਕਿੰਡ ਇਜ਼ ਟ੍ਰੇਡ, ਇੰਡਸਟਰੀ ਐਂਡ ਸਰਵਿਸਿਜ਼। ਇਕੋਨਮੀ ਦੇ ਇੰਡਸਟਰੀ ਸੈਕਟਰ ਅਤੇ ਸਰਵਿਸ ਸੈਕਟਰ ਦੇ ਗਰੋਥ ਦੇ ਲਈ ਐਕਸਪੋਰਟ ਬੇਸਡ ਸਟ੍ਰੈਟਜੀ ਨੂੰ ਅਡੋਪਟ ਕਰਨਾ ਚਾਹੀਦਾ ਹੈ। ਇਹ ਇੰਡਸਟਰੀਜ਼ ਅਤੇ ਸਰਵਿਸ ਸੈਕਟਰ ਦੇ ਜਿਹੜੇ ਐਂਟਰਪ੍ਰਾਈਜ਼ਸ ਆ, ਉਹਨਾਂ ਨੂੰ ਬੂਸਟ ਕਰਦੀ ਆ ਮੈਨੂਫੈਕਚਰਿੰਗ ਐਕਟੀਵਿਟੀਜ਼ ਨੂੰ ਇਨਕਰੀਜ਼ ਕਰਨ ਦੇ ਲਈ। ਇਸ ਦੇ ਨਾਲ ਕੀ ਹੁੰਦੀ ਆ ਕਿ ਲਾਰਜ ਨੰਬਰ ਆਫ ਵੈਲ ਪੇਡ ਜੋਬਸ ਵੀ ਕ੍ਰੀਏਸ਼ਨਸ ਹੁੰਦਾ ਆ ਇੰਡੀਆ ਦੇ ਵਿੱਚ। For the success of export based strategy, business units of India will have to improve quality of their products and adopt latest technology। That means कि export based strategy ਨੂੰ successful ਕਰਨ ਦੇ ਲਈ ਜਿਹੜੀਆਂ ਬਿਜ਼ਨਸ ਯੂਨਿਟਸ ਹੈ ਇੰਡੀਆ ਦੇ ਵਿੱਚ, ਉਹਨਾਂ ਨੂੰ ਆਪਣੀ ਕੁਆਲਿਟੀ ਆਫ ਪ੍ਰੋਡਕਟ ਨੂੰ ਇੰਪਰੂਵ ਕਰਨਾ ਚਾਹੀਦਾ ਹੈ ਐਂਡ ਜਿਹੜੀ ਲੇਟੈਸਟ ਟੈਕਨੋਲੋਜੀ ਆ ਉਸ ਨੂੰ ਅਡੋਪਟ ਕਰਨਾ ਚਾਹੀਦਾ ਹੈ। ਲੇਬਰ ਇੰਟੈਂਸਿਵ ਇੰਡਸਟਰੀਅਲ ਸੈਕਟਰ ਦੇ ਵਿੱਚ ਜਿਹੜੀ ਆ ਮਲਟੀਨੈਸ਼ਨਲ ਫਰਮਸ ਨੂੰ ਅਟਰੈਕਟ ਕਰਨਾ ਚਾਹੀਦਾ ਹੈ। ਇਸ ਦੇ ਨਾਲ ਕੀ ਹੋਏਗਾ, ਇਟ ਵਿਲ ਹੈਲਪ ਟੂ ਪ੍ਰਮੋਟ ਫਾਸਟਰ ਡਿਵੈਲਪਮੈਂਟ ਆਫ ਲੇਬਰ ਇੰਟੈਂਸਿਵ ਇੰਡਸਟਰੀਅਲ ਸੈਕਟਰ ਐਂਡ ਦੇਅਰ ਬਾਏ ਉਸ ਨਾਲ ਕੀ ਹੋਏਗਾ, ਜ਼ਿਆਦਾ ਜੋਬਸ ਕ੍ਰੀਏਟ ਹੋਏਗਾ ਇੰਡੀਆ ਦੇ ਵਿੱਚ, ਜਦੋਂ ਲੇਬਰ ਇੰਟੈਂਸਿਵ ਇੰਡਸਟਰੀ ਦੀ ਜ਼ਿਆਦਾ ਡਿਵੈਲਪਮੈਂਟ ਹੋਏਗੀ। ਇਲੈਕਟ੍ਰੋਨਿਕ, ਫੂਡ ਪ੍ਰੋਸੈਸਿੰਗ, ਜੈਮਸ, ਜਵੈਲਰੀ, ਫਾਈਨੈਂਸ਼ੀਅਲ ਸਰਵਿਸਿਜ਼ ਹੋ ਗਿਆ, ਟੂਰਿਜ਼ਮ, ਹੌਸਪਿਟੈਲਿਟੀ, ਰੀਅਲ ਅਸਟੇਟਸ, ਇਹਨਾਂ ਦੇ ਉੱਪਰ ਜ਼ਿਆਦਾ ਸਟ੍ਰੈਸ ਦੇਣਾ ਚਾਹੀਦਾ ਇਹਨਾਂ ਦੇ ਡਿਵੈਲਪਮੈਂਟ ਦੇ ਉੱਤੇ, ਬਿਕੋਜ਼ ਇਸ ਦੇ ਨਾਲ ਕੀ ਹੁੰਦਾ, ਫਰਦਰ ਇਕਨੋਮਿਕ ਐਕਟੀਵਿਟੀ ਹੋਰ ਜ਼ਿਆਦਾ ਬੂਸਟ ਹੁੰਦੀ ਹੈ ਡਿਫਰੈਂਟ ਸੈਕਟਰਸ ਦੇ ਵਿੱਚ। ਲੇਬਰ ਲਾਅ ਨੂੰ ਮੋਰ ਫਲੈਕਸੀਬਲ ਬਣਾਉਣਾ ਚਾਹੀਦਾ ਟੂ ਫੈਸਿਲਿਟੇਟ ਟ੍ਰੇਡ, ਇੰਡਸਟਰੀ ਐਂਡ ਸਰਵਿਸ ਸੈਕਟਰ। ਟੂ ਲਾਰਜੈਸਟ ਕੋਸਟਲ ਐਮਪਲੋਇਮੈਂਟ ਜ਼ੋਨਸ ਨੂੰ ਸੈਟਅਪ ਕਰਨਾ ਚਾਹੀਦਾ ਹੈ। ਇੱਕ ਈਸਟ ਕੋਸਟ ਹੋਣਾ ਚਾਹੀਦਾ ਐਂਡ ਅਦਰ ਇਜ਼ ਵੈਸਟ ਕੋਸਟ। ਨੈਕਸਟ ਇਜ਼ ਰੀਜਨਲ ਡਿਵੈਲਪਮੈਂਟ। ਗਵਰਨਮੈਂਟ ਨੂੰ ਬੈਲੈਂਸਡ ਰੀਜਨਲ ਡਿਵੈਲਪਮੈਂਟ ਨੂੰ ਅਚੀਵ ਕਰਨ ਦੇ ਲਈ ਸੈਪਰੇਟਸ ਰੀਜਨਲ ਸਟ੍ਰੈਟੇਜੀਜ਼ ਬਣਾਉਣੀਆਂ ਚਾਹੀਦੀਆਂ ਆ ਫੋਰ ਅਰਬਨ ਡਿਵੈਲਪਮੈਂਟ ਐਂਡ ਰੂਰਲ ਡਿਵੈਲਪਮੈਂਟ ਦੇ ਲਈ। ਥੀਸ ਆਰ ਡਿਸਕਸਡ ਬਿਲੋ। ਫਸਟ ਇਜ਼ ਅਰਬਨ ਡਿਵੈਲਪਮੈਂਟ। Developing 100 smart cities by the year 2019 and 20। ਸਵੱਛ ਭਾਰਤ ਮਿਸ਼ਨ ਨੂੰ ਪ੍ਰਮੋਟ ਕਰਨਾ ਟੂ ਐਲੀਮੀਨੇਟ ਓਪਨ ਡਿਫੈਕਸ਼ਨ ਬਾਏ 2 October 2019। ਨੈਕਸਟ ਇਜ਼ ਸੇਫ ਡਰਿੰਕਿੰਗ ਵਾਟਰ, ਸੀਵਰੇਜ, ਗ੍ਰੀਨ ਪਾਰਕਸ, ਬੈਟਰ ਮੈਨੇਜਮੈਂਟ ਆਫ ਸੋਲਿਡ ਵੇਸਟ, ਉਹਨਾਂ ਨੂੰ ਪ੍ਰਮੋਟ ਕਰਨਾ। Next is providing housing facility for all by the year 2022। ਟ੍ਰੈਫਿਕਸ ਨੂੰ ਕੰਟਰੋਲ ਕਰਨਾ ਅਤੇ ਵਹੀਕਲ ਤੋਂ ਜਿਹੜਾ ਪੋਲਿਊਸ਼ਨ ਹੁੰਦਾ ਰੋਡਸ ਦੇ ਉੱਪਰ, ਉਹਨਾਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ। ਪਾਪੂਲੇਸ਼ਨ ਦੇ ਵਿੱਚ ਸਕਿੱਲ ਡਿਵੈਲਪਮੈਂਟ ਨੂੰ ਪ੍ਰਮੋਟ ਕਰਨ ਦੇ ਲਈ ਦੀਨ ਦਿਆਲ ਅੰਤੋਦਿਆ ਯੋਜਨਾ ਅਤੇ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਨੂੰ ਉਸ ਦੇ ਵਿੱਚ ਸਕਿੱਲ ਡਿਵੈਲਪਮੈਂਟ ਨੂੰ ਪ੍ਰਮੋਟ ਕਰਨ ਦੇ ਲਈ ਇਹਨਾਂ ਸਾਰੀਆਂ ਯੋਜਨਾ 'ਤੇ ਜ਼ੋਰ ਦਿੱਤਾ ਗਿਆ। ਦਿਸ ਮਿਸ਼ਨ ਵਿਲ ਪ੍ਰਮੋਟ ਸੈਲਫ ਐਮਪਲੋਇਮੈਂਟ ਅਮੰਗ ਦਾ ਅਰਬਨ ਪੂਅਰ। ਸੈਕਿੰਡ ਇਜ਼ ਰੂਰਲ ਟਰਾਂਸਫੋਰਮੇਸ਼ਨ। ਫਸਟ ਪੁਆਇੰਟ ਇਜ਼ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਡਰ 2020 ਤੱਕ ਸਭ ਨੂੰ ਹਾਊਸਿੰਗ ਫੈਸਿਲਿਟੀ ਪ੍ਰੋਵਾਈਡ ਕਰਨਾ ਬਾਈ ਦਾ ਈਅਰ 2022। ਸੈਕਿੰਡ ਪੁਆਇੰਟ ਇਜ਼ ਸੇਫ ਡਰਿੰਕਿੰਗ ਵਾਟਰ, ਸੀਵਰੇਜ ਐਂਡ ਸੈਨੀਟਾਈਜੇਸ਼ਨ ਨੂੰ ਪ੍ਰਮੋਟ ਕਰਨਾ। ਰੂਰਲ ਪਾਪੂਲੇਸ਼ਨ ਦੇ ਵਿੱਚ ਜਿਹੜੀ ਸਕਿੱਲ ਡਿਵੈਲਪਮੈਂਟ ਨੂੰ ਪ੍ਰਮੋਟ ਕਰਨ ਦੇ ਲਈ ਅੰਡਰ ਦੀਨ ਦਿਆਲ ਅੰਤੋਦਿਆ ਯੋਜਨਾ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਨੂੰ ਅਡੋਪਟ ਕੀਤਾ ਗਿਆ, ਕਿਉਂਕਿ ਇਹ ਮਿਸ਼ਨ ਕੀ ਕਰਦਾ ਸੀ, ਪ੍ਰਮੋਟ ਕਰਦਾ ਸੀ ਸੈਲਫ ਐਮਪਲੋਇਮੈਂਟ ਨੂੰ ਰੂਰਲ ਪੂਅਰ ਦੇ ਵਿੱਚ। ਰੂਰਲ ਡਿਵੈਲਪਮੈਂਟ ਅਤੇ ਰੂਰਲ ਪਾਪੂਲੇਸ਼ਨ ਦੇ ਵਿੱਚ ਐਮਪਲੋਇਮੈਂਟ ਐਵੀਨਿਊ ਨੂੰ ਕ੍ਰੀਏਟ ਕਰਨ ਦੇ ਲਈ ਮਨਰੇਗਾ ਨੂੰ ਪ੍ਰਮੋਟ ਕੀਤਾ ਗਿਆ ਐਂਡ 2018 ਦੇ ਤੱਕ ਐਵਰੀ ਵਿਲੇਜ ਤੱਕ ਇਲੈਕਟ੍ਰੀਸਿਟੀ ਪ੍ਰੋਵਾਈਡ ਕਰਨ ਦਾ ਟਾਰਗੇਟ ਰੱਖਿਆ ਗਿਆ ਐਂਡ ਕਨੈਕਟਿੰਗ ਆਲ ਵਿਲੇਜ ਬਾਏ
ऑल वैदर रोड्स बाय द ईयर 2019 एंड 20 कि हर एक विलेज नूं रोड्स दे नाल कनैक्ट करना 2019 एंड 20 तक। डिजिटल लिटरेसी ते डिजिटल कनैक्टिविटी नूं हर एक रूरल एरिया दे विच प्रमोट करना। उस तो इलावा स्वच्छ भारत मिशन नूं प्रमोट किया गया टू एलिमिनेट ओपन डिफेक्शन बाय 2 अक्टूबर 2019। स्पैशल एम्फेसिस दिता गया उन्होंने रूरल एरिया के डेवलपमेंट के लिए लाइक नॉर्थ ईस्टर्न रीजनस हो गए, कोस्टल एरियाज हो गए, नॉर्थ हिमालय स्टेट्स डेजर्ट्स वगैरह।